दुख भंजन आत्म प्रबोध मन तत् विचार्यो सदा चाहे हर पाए प्रेम रस आपे जाने सतगुर कै प्रसाद सहज सेती रंग माणै नानक प्रसाद अंगद सुमत गुर अमर अमर वरतायो गुर रामदास कल उचरै तैं अटल अमर पद पायो नानक प्रसाद अंगद सुमत गुर अमर अमर वरतायो गुर रामदास कल उचरै तैं अटल अमर पद पायो। वाहिगुरु जी का खालसा वाहिगुरु जी की फतेह। यह पावन सवैये धन धन श्री गुरु रामदास साहिब महाराज जी की उस्तत विच अज पावन पंजवां सवैया जिस दी विचार होनी है विचार सरवण करवा रहे हैं सिख पंथ के महान विद्वान बाबा बंदा सिंह जी। आओ तिन्हां पासों प्रेम सहित गुरमत विचारां सरवण करो जी। वाहिगुरु जी का खालसा वाहिगुरु जी की फतेह। गुर गोबिंद गोपाल गुरु गुर पूरन नारायण है गुर दयाल समरथ गुरु गुर नानक पतत उदाहरण है पर तक देह पर ब्रह्म स्वामी आद रूप पोखण परणम सतगुर गुर सेवो अलख गत जाकी श्री रामदासो तारण तरणम चवर छतर तखत दे मालक
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਨੇ ਹਾਜ਼ਰੀਨ ਹੋ ਕੇ ਤੁਰਕੀ ਬਾਣੀ ਦਾ ਫੁਰਮਾਨ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਸਰਵਣ ਕੀਤਾ ਹੈ। ਆਓ ਇਸ ਅਗੰਮੀ ਫੁਰਮਾਨ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪਰ ਭਰੇ ਪਾਇਓ ਅਪਾਰ, ਰਿਦ ਅੰਤਰ ਧਾਰਿਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ 1397 ਅੰਗ ਉੱਪਰ ਇਹ ਸਵਈਆ ਦਰਜ ਹੈ। ਭੱਟ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਨੇ। ਕਹਿੰਦੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੋ ਪਰਮੇਸ਼ਵਰ ਪਰਮਾਤਮਾ ਸਖਣਿਆਂ ਨੂੰ ਭਰਨ ਵਾਲਾ ਹੈ, ਜਿਹੜੇ ਹਿਰਦੇ ਅੰਤਹਿਕਰਨ ਨਾਮ ਤੋਂ ਖਾਲੀ ਨੇ, ਲਬਾ ਲਬ ਭਰ ਦਿੰਦਾ ਹੈ। ਜਿਹੜੀਆਂ ਝੋਲੀਆਂ ਮਾਇਆ ਤੋਂ ਸਖਣੀਆਂ ਨੇ, ਦੌਲਤਾਂ ਸ਼ੋਹਰਤਾਂ ਨਾਲ ਭਰ ਦਿੰਦਾ ਹੈ। ਐਸਾ ਖਾਲੀ ਭਾਂਡਿਆਂ ਨੂੰ ਭਰਨ ਵਾਲਾ ਜਿਹੜਾ ਪਰਮੇਸ਼ਵਰ ਹੈ, ਉਸ ਨੂੰ ਤੁਸੀਂ ਸਦਾ ਹਿਰਦੇ ਵਿੱਚ ਧਾਰ ਕੇ ਰੱਖਦੇ ਹੋ। ਤੁਹਾਡਾ ਉਹ ਨਿਰਗੁਣ ਸਰੂਪ ਸਦਾ ਤੁਹਾਡੇ ਚੇਤੇ ਵਿੱਚ ਹੈ, ਤੁਹਾਡੇ ਅੰਦਰ ਉਹ ਪ੍ਰਗਟ ਰਹਿੰਦਾ ਹੈ। ਕਿੱਡਾ ਕੁ ਵੱਡਾ ਦਾਤਾ ਹੈ, ਕਿਤਨਿਆਂ ਕੁ ਦੀਆਂ ਝੋਲੀਆਂ ਭਰਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਕੇਵੜ ਦਾਤਾ ਆਖੀਐ ਦੇ ਕੈ ਰਹਿਆ ਸੁਮਾਰ, ਨਾਨਕ ਟੋਟ ਨਾ ਆਵਈ ਤੇਰੇ ਜੁਗਹ ਜੁਗਹ ਭੰਡਾਰ। ਗਿਣਤੀ ਕੋਈ ਨਹੀਂ ਹੈ, ਬੌਸ਼ਾਰ ਕਰਦਾ ਹੈ ਦਾਤਾਂ ਦੀ। ਗਿਣਤੀਆਂ ਮਿਣਤੀਆਂ ਤੋਂ ਰਹਿਤ ਉਹਦੇ ਖਜ਼ਾਨੇ ਨੇ, ਉਹਦੀ ਅਜ਼ਮਤ ਹੈ। ਦੂਸਰਾ ਅਰਥ ਸਮਝਿਓ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਅਭਰਿਆਂ ਨੂੰ ਭਰਨ ਵਾਲੇ ਨੇ, ਜਿਹੜੇ ਹਿਰਦੇ ਨਾਮ ਤੋਂ ਬਾਣੀ ਤੋਂ ਸਖਣੇ ਨੇ, ਉਹਨਾਂ ਨੂੰ ਨਾਮ ਬਖਸ਼ਣ ਵਾਲੇ ਨੇ। ਤਨ ਦੀਆਂ ਝੋਲੀਆਂ ਪਦਾਰਥਾਂ ਨਾਲ ਭਰਨ ਵਾਲੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੁਰ ਸਾਗਰ ਪੂਰਾ ਭੰਡਾਰ। ਗੁਰੂ ਭੰਡਾਰਾ ਹੈ, ਖਜ਼ਾਨਾ ਹੈ, ਦੌਲਤਾਂ ਸ਼ੋਹਰਤਾਂ ਬਖਸ਼ਣ ਵਾਲਾ ਹੈ। ਜਿੱਥੇ ਅਕਾਲ ਪੁਰਖ ਦੀ ਅਜ਼ਮਤ ਬਾਰੇ ਇਸ ਸਵਈਏ ਵਿੱਚ ਦੱਸਿਆ ਹੈ ਵੀ ਉਹ ਅਪਾਰ ਨੇ, ਜਿਸ ਦਾ ਪਾਰਲਾ ਕੰਢਾ ਨਾ ਨਜ਼ਰੀ ਆਵੇ, ਜਿਸ ਦੀ ਤਾਕਤ ਦਾ ਦਾਇਰਾ ਸਮਝ ਵਿੱਚ ਨਾ ਆਵੇ, ਅਥਾਹ ਸਾਡੀ ਸੋਚ ਨਾਲੋਂ ਜੋ ਅਧਿਕ ਹੈ, ਜਿਹਦੇ ਗੁਣਾਂ ਦੀ ਗਿਣਤੀ ਕੋਈ ਨਹੀਂ ਹੈ। ਉਹ ਅਕਾਲ ਪੁਰਖ ਵਾਂਗੂ ਉਹਨਾਂ ਦੇ ਸਰਗੁਣ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਦੀ ਜਿਹੜੀ ਅਜ਼ਮਤ ਹੈ, ਉਹ ਵੀ ਗਿਣਤੀਆਂ ਮਿਣਤੀਆਂ ਤੋਂ ਰਹਿਤ ਹੈ। ਐਸੇ ਗੁਰੂ ਰਾਮਦਾਸ ਮਹਾਰਾਜ ਨੂੰ ਸਿੱਖੋ, ਹਿਰਦੇ ਵਿੱਚ ਧਾਰੋ। ਉਹ ਅਭਰਿਆਂ ਨੂੰ ਭਰਨ ਵਾਲੇ ਨੇ।
ਬਾਣੀ ਦਾ ਫੁਰਮਾਨ ਹੈ, ਹਰ ਹਰ ਉਰ ਧਾਰਿਓ ਗੁਰਪੂਰੈ, ਮੇਰਾ ਸੀਸ ਕੀਜੈ ਗੁਰਵਾਟ। ਅਕਾਲ ਪੁਰਖ ਨਿਰਗੁਣ ਨੂੰ ਸਦਾ ਗੁਰੂ ਆਪਣੇ ਅੰਦਰ ਧਾਰ ਕੇ ਰੱਖਦੇ ਨੇ, ਔਰ ਜਗਿਆਸੂ ਦੇ ਅੰਦਰ ਵੀ ਅਕਾਲ ਪੁਰਖ ਨੂੰ ਉਹ ਟਿਕਾ ਦਿੰਦੇ ਨੇ। ਐਸੇ ਗੁਰਾਂ ਅੱਗੇ ਕਹਿੰਦੇ ਸਾਡਾ ਸੀਸ ਝੁਕਦਾ ਹੈ, ਚਾਹੇ ਉਹ ਸੀਸ ਕੱਟ ਲੈਣ। ਹਰ ਹਾਰ ਹਰ ਉਰ ਧਾਰਿਓ, ਜਨ ਨਾਨਕ ਨਾਮ ਸਮਾਇਆ। ਜਿਨ੍ਹਾਂ ਨੇ ਗੁਰੂ ਦੀ ਸ਼ਰਨ ਆਉਣਾ ਕੀਤਾ ਹੈ, ਗੁਰੂ ਨੇ ਉਹਨਾਂ ਦੇ ਅੰਦਰ ਪਰਮੇਸ਼ਵਰ ਨੂੰ ਟਿਕਾ ਦਿੱਤਾ, ਪ੍ਰਗਟ ਕਰ ਦਿੱਤਾ। ਦੁੱਖ ਭੰਜਨ ਆਤਮ ਪ੍ਰਬੋਧ, ਮਨ ਤਤ ਵਿਚਾਰਿਓ। ਅਗਲੇ ਇਹਨਾਂ ਅਲਫਾਜ਼ਾਂ ਦੇ ਵਿੱਚ ਭੱਟ ਸਾਹਿਬ ਸਾਨੂੰ ਇਹ ਹੁਕਮ ਕਰਦੇ ਨੇ, ਗੁਰੂ ਰਾਮਦਾਸ ਸਾਹਿਬ ਸੱਚਾ ਪਾਤਸ਼ਾਹ ਜਿਹੜਾ ਹੈ ਨਾ, ਉਹਨਾਂ ਦੇ ਜੋ ਨਿਰਗੁਣ ਸਰੂਪ ਅਕਾਲ ਪੁਰਖ ਨੇ, ਉਹ ਜੀਵਨ ਵਿੱਚੋਂ ਜਿਤਨੀ ਵੀ ਖੇਚਲ ਹੈ, ਜਿੰਨੇ ਵੀ ਤੇਰੇ ਦੁੱਖ ਨੇ, ਤਕਲੀਫਾਂ ਨੇ, ਤੈਨੂੰ ਜੋ ਵੀ ਖੇਦ ਹੈ, ਭੰਜਨ ਤੋਂ ਭਾਵ ਹੈ ਨਸ਼ਟ ਕਰ ਦਿੰਦੇ ਨੇ। ਤੇਰੇ ਦੁੱਖਾਂ ਨੂੰ ਪਰਮੇਸ਼ਵਰ ਮਿਟਾ ਦਿੰਦੇ ਨੇ। ਹੇ ਪੂਰਨ, ਹੇ ਸਰਬ ਮੈਂ ਦੁੱਖ ਭੰਜਨ ਗੁਣ ਤਾਸ। ਗੁਰੂ ਸਾਹਿਬ ਕਹਿੰਦੇ, ਪੂਰਨ ਪਰਮਾਤਮਾ ਤੁਸੀਂ ਦੁੱਖਾਂ ਦਾ ਨਾਸ਼ ਕਰਤੇ ਹੋ, ਤੁਸੀਂ ਗੁਣਾਂ ਦੇ ਸਹਿਤ ਕਰਦੇ ਹੋ, ਸੁਖ ਬਖਸ਼ਣ ਵਾਲੇ ਹੋ। ਦੂਸਰਾ ਭਾਵ ਇਹਦਾ ਇਹ ਹੈ, ਗੁਰੂ ਰਾਮਦਾਸ ਮਹਾਰਾਜ ਆਪਣੇ ਨਿਰਗੁਣ ਸਰੂਪ ਦੀ ਨਿਆਈ ਦੁੱਖਾਂ ਦੇ ਨਾਸ਼ ਕਰਤਾ ਨੇ। ਤਿਸ ਗੁਰ ਸੇਵ ਸਦਾ ਦਿਨ ਰਾਤੀ, ਦੁੱਖ ਭੰਜਨ ਸੰਗ ਸਖਾਤਾ। ਹੈ ਦਿਨ ਰਾਤ ਉਸ ਗੁਰੂ ਦੀ ਸੇਵਾ ਕਰ ਜਿਹੜਾ ਤੈਨੂੰ ਸੁਖ ਬਖਸ਼ਦਾ ਹੈ ਔਰ ਤੇਰੇ ਦੁੱਖਾਂ ਦਾ ਵਿਨਾਸ਼ ਕਰਤਾ ਹੈ। ਭੱਟ ਸਾਹਿਬ ਕਹਿੰਦੇ ਹੈ, ਗੁਰੂ ਰਾਮਦਾਸ ਦੁੱਖਾਂ ਦੇ ਵਿਨਾਸ਼ ਕਰਤਾ ਅਕਾਲ ਪੁਰਖ ਨੂੰ ਤੁਸੀਂ ਸਦਾ ਹੀ ਆਪਣੇ ਅੰਦਰ ਧਾਰ ਕੇ ਰੱਖਦੇ ਹੋ। ਸਦਾ ਹੀ ਉਹ ਜੋ ਤਤਵ ਸਰੂਪ ਹੈ, ਸਾਰਿਆਂ ਦਾ ਮੁੱਢ ਹੈ, ਉਹਦੀ ਵਿਚਾਰ ਕਰਦੇ ਰਹਿੰਦੇ ਹੋ। ਤੁਹਾਡੀ ਸਭਾ ਵਿੱਚ ਅਕਾਲ ਪੁਰਖ ਦੀ ਵਿਚਾਰ ਚੱਲਦੀ ਰਹਿੰਦੀ ਹੈ, ਜੋ ਆਤਮ ਸਰੂਪ ਹੈ, ਜੋ ਜੋਤ ਸਰੂਪ ਹੈ, ਜੋ ਹਰ ਇੱਕ ਜ਼ਰੇ ਦੇ ਵਿੱਚ ਸਮਾਇਆ ਹੋਇਆ ਹੈ। ਦੀਨ ਦੁਨੀਆ ਦੇ ਮਾਲਕ ਇੱਕ ਲਫ਼ਜ਼ ਇੱਥੇ ਵਰਤਦੇ ਨੇ, ਪ੍ਰਬੋਧ। ਪ੍ਰਬੋਧ ਦਾ ਭਾਵ ਹੁੰਦਾ ਹੈ ਜਾਗ ਜਾਣਾ, ਸੁਚੇਤ ਹੋ ਜਾਣਾ, ਗਿਆਨ ਅਵਸਥਾ, ਅਗਿਆਨ ਦੇ ਜੋ ਉਲਟ ਹੈ। ਮਹਾਰਾਜ ਤੁਸੀਂ ਸਦਾ ਹੀ ਗਿਆਨ ਵਿੱਚ ਜਾਗਦੇ ਹੋ, ਸਦਾ ਹੀ ਤਤਵ ਦੀ ਵਿਚਾਰ ਕਰਦੇ ਹੋ। ਮਨ ਪ੍ਰਬੁੱਧ ਹੋ ਹਰ ਕੈ ਨਾਏ, ਦਹ ਦਿਸ ਧਾਵਤ ਆਵੈ ਠਾਏ। ਸਾਨੂੰ ਵੀ ਹੁਕਮ ਕਰਦੇ ਨੇ, ਆਪਣੇ ਮਨ ਨੂੰ ਅਕਾਲ ਪੁਰਖ ਦੇ ਨਾਮ ਨਾਲ ਸੁਚੇਤ ਕਰੋ, ਅਗਿਆਨਤਾ ਵੱਲੋਂ ਜਗਾਉਣਾ ਕਰੋ। ਅਗਿਆਨ ਦਾ ਵਿਨਾਸ਼ ਹੋਵੇਗਾ, ਜੀਵਨ ਸੁਖਾਲਾ ਬਤੀਤ ਹੋਵੇਗਾ। ਗੁਰ ਤੁਠੈ ਮਨ ਪ੍ਰਬੋਧਿਆ, ਹਰ ਪੀਆ ਰਸ ਗਟਕੇ। ਹੁਣ ਮਨ ਕਿਹਦਾ ਜਾਗਦਾ ਹੈ, ਕਿਹਦਾ ਸੁਚੇਤ ਹੁੰਦਾ ਹੈ, ਕਿਹਦਾ ਮਨ ਵਿਕਾਰਾਂ ਦੇ ਅੰਧਕਾਰ ਤੋਂ ਗਿਆਨ ਦੀ ਰੌਸ਼ਨੀ ਵੱਲ ਜਾਂਦਾ ਹੈ। ਕਹਿੰਦੇ ਜਿਹਦੇ ਅੰਦਰ ਗੁਰੂ ਪਾਤਸ਼ਾਹ ਆਪਣੇ ਨਾਮ ਦੀ, ਸ਼ਬਦ ਦੀ ਰੌਸ਼ਨੀ ਪ੍ਰਗਟ ਕਰ ਦੇਣ, ਔਰ ਜਦੋਂ ਗਿਆਨ ਹੋ ਜਾਵੇ, ਮਹਾਰਾਜ ਕਹਿੰਦੇ ਨੇ ਨਾਮ ਰਸ ਦੀ ਪ੍ਰਾਪਤੀ ਹੋ ਜਾਵੇ, ਜੀਵਨ ਬੜਾ ਆਨੰਦਮਈ ਹੋ ਜਾਂਦਾ ਹੈ। ਸੋ ਗੁਰੂ ਰਾਮਦਾਸ ਜਿੱਥੇ ਆਪਣੇ ਆਤਮ ਸਰੂਪ ਅਕਾਲ ਪੁਰਖ ਦੀ, ਤਤਵ ਦੀ, ਸਾਰ ਵਸਤੂ ਦੀ ਵਿਚਾਰ ਕਰਦੇ ਨੇ, ਉੱਥੇ ਆਪਣੇ ਸਿੱਖਾਂ ਸੇਵਕਾਂ ਦੇ ਅੰਦਰ ਵੀ ਉਸ ਅਕਾਲ ਪੁਰਖ ਦੀ ਵਿਚਾਰ ਟਿਕਾ ਦਿੰਦੇ ਨੇ, ਅੰਦਰ ਵੀ ਅਕਾਲ ਪੁਰਖ ਨੂੰ ਪ੍ਰਗਟ ਕਰ ਦਿੰਦੇ ਨੇ। ਏਕੈ ਰੰਗ
तत के बेते सतगुर ते बुद्ध पाई। ये बुद्धि गुरु पातशाही बख्शण ते फिर ही परमात्मा की प्राप्ति हुंदी है। भी जेड़ा परमेश्वर है ना, वो साडा वजूद है, साडा आगाज ओदी किरपा दे नाल है, ओदा रंग ओदा प्रेम गुरु उत्तम बुद्धि बख्शण ते सानू नसीब हुंदा है। भट्ट साहिब कहंदे गुरु रामदास जी दुखां दे विनाश करता परमेश्वर दा जेड़ा रस है तुसीं ओ मान रहे हो। गुर ज्ञान अर ध्यान तत् स्यों तत् मिलावै। गुरु दे ज्ञान दे सदका ही असीं तत्व विच अकाल पुरख विच अभेद हो सकदे हां। अगे सवैये विच हुक्म करदे ने भट्ट साहिब, सदा चाहे हर भाए प्रेम रस आपे जाने। हरि परमेश्वर दे भाए भाव प्रेम दा सदा ही गुरु रामदास नूं चाए चा रहिंदा है। उहदे नाम विच उत्साहित रहिंदे ने। और ओदे प्रेम दा रस कैसा है, कितना आनंदमयी है, कितना क सुख देण वाला है, ये केवल गुरु रामदास आप ही जानते ने। ये समझ उन्हां नूं ही है। दूसरा भाव समझियो, महाराज गुरु रामदास जेड़े तुहाडे नाल प्रेम करदे ने, उन्हां नूं तुसीं नाम रस बख्शदे हो। जिस रस नूं शक करके, जिस बाणी नूं पढ़ करके सदा ही साडे जीवन विच उत्साह रहिंदा है, साडा जीवन खिड़िया रहिंदा है, विकारां तो असीं बचे रहिंदे हां, रोग तो सोग तो सानू नजात मिल जाती है। सो ओदे नाम दा रस, ओदे नाम दा जेड़ा प्यार है, प्रेम है, बड़ा आनंदमयी है। बाणी दे विच एक जगह महाराज फुरमान करदे ने, राम रसायण जो जन गीदे चरण कमल प्रेम भगति बीदे। कहंदे जेड़े राम दे रस विच महापुरुष मस्त रहिंदे ने ना, जेड़े नाम दा रस माणदे ने, उन्हां दे अंदर नाम दे प्रति ऐसी खिच है जैसी किसे भौरे दे विच कमल फुल दे प्रति है। ऐसा ते वो नाम नाल करदे ने। हुण भौरे वल तुसीं कदे तक्को, जदों सूरज चढ़न ते कमल फुल खिड़े ते वो खुशबोई मानण लई कमल ते बहिंदा है। इन्ना रस आउंदा है उसनूं, इन्ना आनंद आउंदा है उसनूं, एडा मगन हो जाता है भी सूरज छिप गया, कमल ने पंखड़ियां संकोच लईयां ते भौरा विचे ही मर मुक गया। इदां जेड़े महापुरुष ने अकाल पुरख दे नाम रस विच ऐसे मगन ने, होर कोई रस उन्हां नूं भाउंदा ही नहीं है, चाहे जान क्यों ना जांदी रवे। एक होर उदाहरण है बाणी विच, ज्यों चातरिक जल प्रेम प्यासा। कहंदे जिवें बबीहे नूं स्वांति बूंद दा प्रेम है। तुसीं ये ध्यान दिओ भी नदियां नाले सागर पानी दे किन्ने सोमे ने, बबीहा किधरियों भी जल नहीं पान करदा। ਉਹਦੇ गल विच छेक है। जदों बरखा होवे, उस छेक दे विच जदों परमात्मा दी बख्शिश नाल कोई जल दी बूंद डिग पवे ते ਉਹਦੇ आसरे ਉਹਦੀ प्यास बुझदी है, जिसनूं स्वांति बूंद भी कह दिंदे ने। ਉਹ स्वांति बूंद तो लहदा होर किधरियों भी रस नहीं माणदा। साधु अकाल पुरख दे नाम तो लहदा होर किधरे भी रस की आशा नहीं करते, ना उन्होंने कुछ होर पाउंदा ही है। अगे एक होर उदाहरण दिती बाणी ने, ज्यों मीना जल माहे उलासा। जिवें मीन मछली जल दे विच प्रसन्न रहिंदी है,
ਇਉਂ ਸਾਧੂ ਰੱਬ ਦੇ ਗੀਤ ਗਾਉਂਦੇ ਪ੍ਰਸੰਨ ਰਹਿੰਦੇ ਨੇ। ਜਿਵੇਂ ਮੱਛੀ ਨੂੰ ਪਾਣੀ ਚੋਂ ਰਸ ਹੈ, ਇਉਂ ਸਾਧੂਆਂ ਨੂੰ ਨਾਮ ਚੋਂ ਰਸ ਆਉਂਦਾ ਹੈ। ਨਾਨਕ ਹਰ ਰਸ ਪੀ ਤ੍ਰਿਪਤਾਸਾ, ਜਿਵੇਂ ਬਬੀਹਾ ਸਵਾਂਤੀ ਬੂੰਦ ਪੀ ਕੇ ਤ੍ਰਿਪਤ ਹੋਇਆ, ਪਿਆਸ ਮਿਟੀ, ਰੱਜ ਗਿਆ। ਹੋਰ ਕੋਈ ਆਸਾ ਨਹੀਂ ਹੈ ਉਹਨੂੰ, ਇੱਛਾ ਨਹੀਂ ਹੈ ਉਹਨੂੰ। ਜਿਵੇਂ ਮਛਲੀ ਨੂੰ ਪਾਣੀ ਤੋਂ ਲਹਿਦਾ ਹੋਰ ਕੋਈ ਇੱਛਾ ਨਹੀਂ ਹੈ। ਜਿਵੇਂ ਇੱਕ ਭੌਰੇ ਨੂੰ ਕਮਲ ਫੁੱਲ ਦੀ ਖੁਸ਼ਬੋਈ ਤੋਂ ਲਹਿਦਾ ਹੋਰ ਕਿਸੇ ਦੀ ਇੱਛਾ ਨਹੀਂ ਹੈ, ਉਹ ਤ੍ਰਿਪਤ ਹੈ ਉਹਦੀ ਖੁਸ਼ਬੋਈ ਮਾਣ ਕੇ। ਇਉਂ ਸਾਧੂ ਜਨ ਅਕਾਲ ਪੁਰਖ ਦਾ ਨਾਮ ਜਪ ਕੇ ਤ੍ਰਿਪਤ ਹੋ ਜਾਂਦੇ ਨੇ, ਉਹਨਾਂ ਦੀ ਹੋਰ ਕੋਈ ਇੱਛਾ ਨਹੀਂ ਰਹਿ ਜਾਂਦੀ। ਕਹਿੰਦੇ ਨਾਮ ਜਪਣ ਵਾਲੇ ਨੂੰ ਰੱਜ ਆ ਜਾਂਦਾ ਹੈ, ਉਹਦੀ ਭੁੱਖ ਮਿਟ ਜਾਂਦੀ ਹੈ। ਤੇ ਜੇ ਰੱਜ ਨਹੀਂ ਆਇਆ ਤੇ ਸਮਝ ਲਿਓ ਲਿਬਾਸ ਸਾਧੂਆਂ ਵਾਲਾ ਹੈ, ਹਜੇ ਮਹਾਂਪੁਰਸ਼ ਵਾਲੀ ਉਪਾਧੀ ਤੇ ਪਹੁੰਚਿਆ ਨਹੀਂ ਹੈ। ਹਾਂ, ਹਜੇ ਚੱਲ ਰਿਹਾ ਹੋਵੇਗਾ ਉਸ ਰਸਤੇ ਤੇ। ਸਾਧੂਆਂ ਨੂੰ ਰੱਜ ਆ ਜਾਂਦਾ ਹੈ, ਸਾਧੂ ਤ੍ਰਿਪਤ ਹੋ ਜਾਂਦੇ ਨੇ। ਨਾਮ ਰਸ ਤੋਂ ਲਹਿਦਾ ਉਹਨਾਂ ਨੂੰ ਹੋਰ ਕੋਈ ਰਸ ਪਾਉਂਦਾ ਨਹੀਂ ਹੈ। ਇੱਕ ਇੰਗਲਿਸ਼ ਦਾ ਟੀਕਾਕਾਰ ਕਹਿੰਦਾ ਹੈ, The saint is satisfied by the sublime essence of the Lord। ਖੁਦਾ ਦੇ ਨਾਮ ਰਸ ਵਿੱਚ ਸਾਧੂ ਜਿਹੜੇ ਨੇ ਤ੍ਰਿਪਤ ਰਹਿੰਦੇ ਨੇ। ਬਾਣੀ ਚਾਹੁੰਦਾ ਨਾ, ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ। ਉਹ ਰੱਜ ਗਏ ਦੁਨੀਆ ਦੇ ਪਦਾਰਥਾਂ ਵੱਲੋਂ, ਜਿਨ੍ਹਾਂ ਨਾਮ ਰਸ ਚੱਖਿਆ ਹੈ ਉਹਨਾਂ ਨੂੰ ਰੱਜ ਆ ਗਿਆ, ਉਹਨਾਂ ਦੀ ਭੁੱਖ ਮਿਟ ਗਈ। ਮਹਾਰਾਜ ਕਹਿੰਦੇ ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ ਸਤਿਗੁਰ ਬੂਝ ਬੁਝਾਈ। ਔਰ ਇਹ ਗੁਰੂ ਪਾਤਸ਼ਾਹੀ ਸੋਝੀ ਬਖਸ਼ਦੇ ਨੇ। ਜੇ ਪ੍ਰਮਾਤਮਾ ਨੂੰ ਪਾਉਣਾ ਹੈ ਚੌਂਕੜਾ ਲਾ, ਜਿਸ ਦਿਨ ਉਹਦੇ ਨਾਮ ਦਾ ਰਸ ਆ ਗਿਆ ਤੈਨੂੰ ਉਹ ਮਿਲ ਪਵੇਗਾ, ਤੈਨੂੰ ਉਹਦੀ ਪ੍ਰਾਪਤੀ ਹੋ ਜਾਵੇਗੀ। ਸੋ ਮਹਾਰਾਜ ਪਾਤਸ਼ਾਹ ਗੁਰੂ ਰਾਮਦਾਸ ਜੀ, ਤੁਸੀਂ ਸਦਾ ਹੀ ਆਪਣੇ ਨਿਰਗੁਣ ਅਕਾਲ ਪੁਰਖ ਦੇ ਨਾਮ ਦਾ ਰਸ ਮਾਨਣ ਵਾਲੇ ਹੋ। ਔਰ ਇਹ ਬਖਸ਼ਿਸ਼ ਤੁਹਾਡੇ ਤੇ ਕਿਵੇਂ ਹੋਈ? ਅੱਗੇ ਭੱਟ ਸਾਹਿਬ ਕਹਿੰਦੇ ਨੇ, ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੇ। ਜੋ ਸੱਚੇ ਸਤਿਗੁਰੂ, ਸਤਿਆ ਗੁਰੂ, ਜੋ ਸਦੀਵੀ ਨੇ, ਜਿਨ੍ਹਾਂ ਦਾ ਨਾਮ ਅਮਰ ਹੈ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਤੁਹਾਡੇ ਤੇ ਮਿਹਰਬਾਨੀ ਕੀਤੀ। ਪ੍ਰਸਾਦ ਤੋਂ ਭਾਵ ਹੈ ਕਿਰਪਾ ਕਰਨੀ, ਤੁਹਾਡੇ ਤੇ ਬਖਸ਼ਿਸ਼ ਕੀਤੀ। ਫਿਰ ਤੁਸੀਂ ਸਹਿਜ ਸੇਤੀ ਹੀ, ਪ੍ਰੇਮ ਦੇ ਨਾਲ ਹੀ, ਗਿਆਨ ਵਿਚਾਰ ਦੇ ਨਾਲ ਹੀ ਅਕਾਲ ਪੁਰਖ ਦੇ ਨਾਮ ਦਾ ਰੰਗ ਮਾਣਿਆ। ਰੰਗ ਤੋਂ ਭਾਵ ਆਨੰਦ ਵੀ ਹੈ, ਰੰਗ ਤੋਂ ਭਾਵ ਖੁਸ਼ੀ ਵੀ ਹੈ। ਸੋ ਤੁਹਾਡੇ ਜੀਵਨ ਵਿੱਚ ਸਦਾ ਹੀ ਆਨੰਦ, ਰੰਗ, ਖੁਸ਼ੀ ਰਹੀ ਹੈ ਪਾਤਸ਼ਾਹ। ਇਹ ਗੁਰੂ ਅਮਰਦਾਸ ਦੀ ਕਿਰਪਾ। ਵੇਖੋ, ਦਸੋ ਪਾਤਸ਼ਾਹੀਆਂ ਅਕਾਲ ਪੁਰਖ ਦਾ ਸਰੂਪ ਨੇ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬਾ ਲਹਿਣਾ ਜੀ ਗੁਰੂ ਧਾਰਦੇ ਨੇ ਨਾ, ਤੇ ਗੁਰੂ ਅੰਗਦ ਸਾਹਿਬ ਬਣਦੇ ਨੇ, ਉਹ ਕੇਵਲ ਸਾਨੂੰ ਦਰਸਾਉਣ ਲਈ ਹੈ ਵੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਦੀ ਸ਼ਰਨ ਜਾਏ ਤੋਂ ਬਿਨਾਂ ਨਜ਼ਾਤ ਨਹੀਂ, ਮੁਕਤੀ ਨਹੀਂ, ਰੋਗ ਸੋਗ ਨਹੀਂ ਮਿਟਣੇ। ਪਰ ਦਸਾਂ ਪਾਤਸ਼ਾਹੀਆਂ ਨੂੰ ਗੁਰੂ ਧਾਰਨ ਦੀ ਲੋੜ ਨਹੀਂ ਹੈ। ਉਹ ਆਪ ਅਕਾਲ ਪੁਰਖ ਦਾ ਸਰੂਪ ਨੇ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਕੇਵਲ ਸਾਨੂੰ ਰਸਤਾ ਦਰਸਾਇਆ ਹੈ ਬਾਬਾ ਲਹਿਣਾ ਜੀ ਨੇ, ਬਾਬਾ ਜੇਠਾ ਜੀ ਨੇ, ਵੀ ਪੂਰੇ ਗੁਰੂ ਨਾਨਕ ਗੁਰੂ ਅਮਰਦਾਸ ਦੀ ਸ਼ਰਨ ਆਓਗੇ ਤੇ ਭਵਸਾਗਰ ਤੋਂ ਤਰਿਆ ਜਾਣਾ ਹੈ। ਜਿਵੇਂ ਟੀਚਰ ਆਪ ਤੇ ਡਿਗਰੀ ਮਾਣ ਚੁੱਕਿਆ ਹੈ, ਉਹ ਸਾਨੂੰ ਪ੍ਰੈਕਟੀਕਲੀ ਕਲਾਸ ਵਿੱਚ ਦੱਸੇਗਾ, ਥਿਓਰੈਟੀਕਲੀ ਕਲਾਸ ਵਿੱਚ ਦੱਸੇਗਾ। ਉਹਦੇ ਰਸਤੇ ਤੇ ਚੱਲ ਕੇ ਅਸੀਂ ਫਿਰ ਪੜ੍ਹਦੇ ਹਾਂ, ਐਗਜ਼ਾਮ ਦਿੰਦੇ ਹਾਂ, ਪਾਸ ਹੁੰਦੇ ਹਾਂ। ਹਜੇ ਕਿ ਟੀਚਰ ਨੂੰ ਲੋੜ ਨਹੀਂ ਹੁੰਦੀ ਉਸ ਕਾਰਜ ਦੀ। ਸੋ ਇਸ ਗੱਲ ਨੂੰ ਧਿਆਨ ਵਿੱਚ ਰੱਖਿਓ। ਜਦੋਂ ਵੀ ਭੱਟ ਸਾਹਿਬ ਇਹ ਗੱਲ ਕਹਿੰਦੇ ਨੇ ਨਾ, ਐ ਗੁਰੂ ਸਾਹਿਬ ਤੁਸੀਂ ਵੱਡਿਆਂ ਗੁਰਾਂ ਦੀ ਸ਼ਰਨ ਆ ਕੇ ਨਾਮ ਰਸ ਮਾਣਿਆ, ਅਕਾਲ ਪੁਰਖ ਦੀ ਪ੍ਰਾਪਤੀ ਕੀਤੀ, ਤੋ ਸਾਨੂੰ ਰਸਤਾ ਦਰਸਾਉਣ ਲਈ ਹੈ। ਬਾਣੀ ਕਹਿੰਦੀ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ,
गुरु साहिब दा रुतबा गुरु अर्जन, गुरु अमरदास, गुरु अंगद दा ऐसा है, जन्म तो ही ब्रह्म की पहचान वाले ने, जन्म तो ही सागर ने। बाकी सारे भगत संतों नदियां वर्गे ने जेड़े मुशक्कत घाल के सागर ताई गए ते सागर हो निबड़े। अकाल पुरख ताई गए बंदगी करके, अकाल पुरख दा रूप हो निबड़े। हर हर जन दुई एक है, बिब विचार कछ नाहे, जलते उपज तरंग ज्यों जल ही बिखै समाहे। पर दसो पातशाहियां आगाज तो ही अकाल पुरख दा स्वरूप ने। खैर, इस पंक्ति का दूसरा भाव यह है भी जेड़े गुरु रामदास की शरण आए, सच्चे सतगुरु ने उन्हां ते मेहरबानी की, प्रसाद उन्हां ते दया की। फिर होया कि सानू सहज प्राप्त होया, सानू ज्ञान प्राप्त होया, सानू शांति प्राप्त हुई। ब्रह्म दा जेड़ा पक्ष सी साडे सावें प्रगट कर दिता परमेश्वर ने। रंग माणे ते जदों ज्ञान हो गया, शुभ अशुभ कर्म की समझ आ गई, केड़ा कदम नुकसानदायक है अध्यात्मक जीवन विच, केड़ा सफला है, पुट्टण की जांच आ गई, ते साडे जीवन विच सदा ही रंग छा गया, आनंद छा गया, रौनकां आ गईयां। ये बख्शिश गुरु करन वाले ने। जड़ नाम रतन गोविंद पाया, हर मिले हर गुण सुख घणे, गुर शब्द पाया हर नाम ते आया, वड भागी हर रंग हर बने। गुरु दी शरण आके नाम जपिया, नाम दा रंग चढ़ गया, रस आउण लग पिया। ऐसा रस आया, अकाल पुरख की प्राप्ति हो गई, ते फिर अकाल पुरख दा ही रूप हो निबड़े। साधुआं नूं बुलंद हस्ती प्राप्त हो गई। अगे पातशाह गुरु रामदास जी दे नाल नाल वड्डियां गुरां दी बात भट्ट साहिब करते ने। नानक प्रसाद अंगद सुमत, गुर अमर अमर वरतायो। श्री गुरु नानक देव जी महाराज दे प्रसाद सदका, किरपा सदका, मेहरबानी सदका अते श्री गुरु अंगद साहब जी की बख्शी हुई सुमत, महान उत्तम बुद्धि दे सदका, ज्ञान दे सदका, गुरु अमरदास जी तुसी अमर होए, अमरा पद है तुहाडे कोल, तुसी सदीवी नाम करके रहन वाले हो। तुहाडे निर्गुण स्वरूप अकाल पुरख दा जैसा वजूद है जो सदीवी है, सदा है, तुसी उसे तरह ही दुनिया ते प्रगट हो, प्रचलित हो। और तुहाडा जिहड़ा अमर है ना हुक्म है, वो कहंदे सदा अटल है, कोई मिटा नहीं सकता। हुण देखो, पहला अमर लफ्ज आया है गुरु अमरदास लई, ते दूजा अमर लफ्ज आया है हुक्म दे लई। गुरु नानक साहिब सच्चे पातशाह जो सच्चे सतगुरु ने, धर्म उपदेशक ने, सिख धर्म का आगाज करने वाले ने। ये महाराज दे बोल ने, ना हम हिंदू ना मुसलमान। सिख हिंदू नहीं, सिख मुसलमान नहीं। गुर सतगुर काजो सिख अखाए सो भलके उठ हर नाम ते आवे। सिख कोई संप्रदाय नहीं, सिख धर्म है। हाँ, सिख धर्म विच बेअंत संप्रदावां ने, जिवें निहंग सिंह ने, दमदमी टकसाल है, सेवा पंथी ने, नानकसर है, राड़ा साहिब है, कार सेवा वाले महात्मा ने। ये सारियां शाखावां ने सिख धर्म दियां। उदासीन ने महापुरुष, निर्मले महापुरुष ने। सिख एक धर्म है और धर्म नूं प्रगट करने वाले खुदा दे पहले सरगुण स्वरूप जोत रूप हर आप गुरु नानक कहायो। धर्म दे आचार्य साडे ओ ने। उन्हां दी बख्शिश दे सदका बाबा लहणा गुरु अंगद बनते ने। गुरु अंगद जी की बख्शिश हुई, बाबा अमरदास गुरु हो निबड़े। गुरु अमरदास ने हुक्म वरताया ते बाबा जेठा गुरु रामदास हो निबड़े। अमर तो भाव है वो बचन जो मिटदा नहीं है,
जो सਦੀवी अटल है। बाणी दा फरमान है, साबते वड समरथ गुरदेव, सब सुख पाई तिसकी सेव। जाका किया सब किश होए, तिसका अमर ना मेटै कोए। गुरु सब रहबरां देवी देवतियां नालों महान वड्डा रुतबा रखते ने। इन्ने महान ने, वड्डे ने, उन्हां दे हुक्म विच ही सब होवेगा। उन्हां दे बचन नूं कटिया नहीं जा सकता। नो वन कैन इरेज हिज इटरनल डिक्री। ओदा अमर, ओदा बचन कोई मिटाउण वाला पैदा नहीं होया, ओदा आनंद खोण वाला कोई पैदा नहीं होया। महाराज पातशाह जे तुहानूं कोई बचन कर देन, उन्हां दा बचन कोई कट नहीं सकता। क्यों कट नहीं सकता? कहंदे पार ब्रह्म परमेश्वर अनूप, सफल मूरत गुर तिसका अरूप। क्योंकि अकाल पुरख दी मूरत गुरु है। गुरु दा बचन अकाल पुरख दा ही बचन है। गुरु इज द इमेज ऑफ फुलफिलमेंट, द एम्बॉडीमेंट ऑफ लाइट। खुदा दा रूप ने गुरु पातशाह, उन्हां दा बचन मिटा नहीं कोई सकदा। की बचन कीता गुरु अमरदास ने? भट्ट साहब अगे अखीरली पंक्ति विच कहंदे ने, गुर रामदास कल चरै तै अटल, अमर पद पायो। ऐ बाबा जेठा जी, भट्ट कल सहार जी महान कवि जन ये बचन कहंदे ने, तुहानू बचन करके गुरु अमरदास ने गुरु नानक दे तख्त दा वारस गुरु रामदास बना दिता। जो एक अमर, एक अटल पदवी है, सबनों श्रेष्ठ ते उच्चा जो तख्त है, महान मरातबा है। अटल दा मतलब है जो टालिया ना जा सके, जो सदीवी है, कायम है, जो कदे डिगदा नहीं है। दीन दुनिया दे मालक गुरु अमरदास ने तुहानू भी अमरा पद बख्शिया है, जो सदा रहन वाला है। देखो शरीर मिटदे ने, गुरु जोत स्वरूप है, वो नहीं मिटन वाले, वो नाम सदीवी रहन वाला है। हुण ऐसा तुहानू पद, ऐसा तुहानू रुतबा बख्शिया जो उन्हां दे अपने कोल है। बाणी दा फरमान है, सच सच्चा सत गुर अमर है, जिस अंदर हर उर धारिया। महाराज कहंदे ने सच्चा सतगुरु अकाल पुरख दा स्वरूप है, उहदे अंदर अकाल पुरख प्रगट है। अकाल पुरख अमर है तो फिर उहदा सरगुण स्वरूप भी अमर है, भाव उहदा नाम भी अमर है, सदीवी रहन वाला है। सतगुर विच आप रखियोन, कर प्रगट आख सुनाया। सतगुर मिलिया सदा मुक्त है, जिन विचों मोह चुकाया। अकाल पुरख ने आप ही गुरां नूं दुनिया ते प्रगट किया। आप ही सुंदर शरीर गुरु नानक, गुरु अंगद, गुरु अमर, गुरु रामदास दसों पातशाहियां दे सिरज के आप ही उन्हां शरीरां नूं धारना कीता। जेड़ा भी गुरु नूं मिलेगा वो मुक्त है, उहदे रोग सोग मिट जाणगे, उहदा जीवन सफला हो जावेगा। फिर जेड़ा रुतबा बख्शिया गुरु अमरदास ने बाबा जेठा जी नूं, उहदे विच जगह जगह महाराज पातशाह दे मरातबे बाबत, अजमतां बाबत कीर्ति जस प्राप्त हुंदा है। हर जरे विच उहदे गीत गाए जांदे ने। धन धन लफ्ज वरतिया है बाणी ने, धन धन रामदास गुर जिन सिरिया तिनै सवारिया। पूरी हुई करामात आप सिरजणहार धारिया। हुण इस गल नूं समझियो, जेड़ा कोई कंस्ट्रक्शन दा काम करदा है ना, कोई ठेकेदार, वो जदों भी कोई कंस्ट्रक्शन करेगा, कोई बिल्डिंग बनावेगा, उहदे जहन विच होवेगा भी मैं वध तो वध घर बनावां, बिल्डिंगां बनावां, वेचां, कमाई करा। तो फिर जिहड़ी चीज़ वेच देनी है मार्केट विच, उहनूं जदों
ਬਣਾਵੇਂਗਾ, ਢਾਂਚਾ ਤਿਆਰ ਕਰੇਗਾ ਤੇ ਚਲੰਤ ਜਿਹਾ ਹੀ ਸਮਾਨ ਲਾ ਦਿੰਦਾ ਵੀ ਚਲੋ ਆਪਾਂ ਸਾਦੀ ਜੀ ਟਾਇਲ ਲਾ ਦਈਏ, ਪੱਥਰ ਲਾ ਦਈਏ, ਰੰਗ ਰੋਗਨ ਕਰਵਾ ਦਈਏ, ਇਹ ਮਕਾਨ ਵੇਚਣਾ ਹੈ। ਤੇ ਕਿਧਰੇ ਉਹਨੇ ਆਪ ਰਹਿਣਾ ਹੋਵੇ ਤੇ ਜਦੋਂ ਕੋਈ ਘਰ ਬਣਾਵੇਂਗਾ ਤੇ ਬੜੀ ਰੀਝ ਨਾਲ ਬਣਾਵੇਂਗਾ, ਚੰਗਾ ਇਟਾਲੀਅਨ ਫਲੋਰ ਲਾ ਲਵੇਗਾ, ਚੰਗਾ ਰੰਗ ਰੋਗਨ ਕਰੇਗਾ, ਚੰਗੇ ਇੰਟੀਰੀਅਰ ਐਕਸਟੀਰੀਅਰ ਡਿਜ਼ਾਈਨਰ ਲਾਵੇਗਾ, ਬਣਾਵੇਗਾ, उसनू शंगारेगा, आप वासा करना है। इउं समझ लो अकाल पुरख रंचक मात्र समय च साडी सब दी रचना करते ने, पर जदों उन्होंने अपनी समुची अजमत लैके रूहे जमीन ते टिकना सी, उन्होंने 10 महल तैयार किए गुरु नानक तो गुरु गोबिंद सिंह ताई। और इन्हां चों ਜਿਹੜੇ गुरु रामदास ने उन्हां बारे भट्ट साहिब कहंदे ने, सिरजणहार परमात्मा ने बड़ी रीझ दे नाल एक शरीर ढांचा तैयार किया और उसनू सवारना कीता है, सुंदर बनाउणा कीता है और अखीर उसनू साज सवारन तो बाद आप धारना कीता है। उस ढांचे का नाम गुरु रामदास है और उहदे विच परमात्मा इदां नहीं टिके जिद्दां साडे विच देवी देवते रहबरां विच टिके ने। साडे विच कला कोई नहीं, देवतियां विच कला ने, अवतारां विच अजमतां लैके टिकदे ने, रहबरां विच करामातां लैके टिकदे ने। गुरु परमेश्वर एक ने और गुरु दे विच परमात्मा अपनी समुची अजमत लैके अवतारां रहबरां नालों वध के करामात लैके टिके ने। वो ध्यान दो इन्हां पंक्तियां वल जिहड़े सिख स्टेजां ते खलो के जाने अणजाने विच कह दिंदे ने सिੱਖੀ विच करामात नहीं है। सिੱਖੀ खलोती करामात ते है, गुरु ग्रंथ साहिब ते कदे भी नहीं कहिंदे सिੱਖੀ च करामात नहीं है। जे कहिंदे ने ते लियाओ पंक्तियां कढ के, गुमराह ना करो लोकां नूं। गुरु झोलियां भरदा है मन दियां नाम नाल, तन दियां पदार्थां नाल। गुरु तन दे रोग दूर करदा है, गुरु सोग दूर करदा है मन दे। गुरु पूरी करामात दे सहित है, तां ये बोल बोले गए ने, पूरी होई करामात आप सिरजणहार है धारिया। अकाल पुरख पूरी करामात दे सहित गुरु रामदास विच टिके हुए ने, अजमतां दे ओ सहित ने। विद ऑल द miraculous powers, all the spiritual powers, the creator, the Lord, he himself is called Guru Ramdas। तेरे रोग सोग दूर करन दुनिया ते आया है। फिर उदों दे सिखां ने की मन्निया गुरु रामदास नूं? अजकल कई मूर्ख कहिंदे ने गुरु आम इंसान है। पुछो गुरु ग्रंथ साहिब नूं जी, उन्हां समयां विच गुरु रामदास नूं सिख लोकाई किस तरह पूजदी सी? कहिंदे सिੱਖੀ अतै संगति पार ब्रह्म कर नमस्कारिया अटल अथाह अतोल तू तेरा अंत ना पारा वारिया। जिनी तू सेविया भाव कर से तुद पार उतारिया। कहिंदे अकाल पुरख पुन्ना पापां तो जो परे है ओदा स्वरूप समझ के गुरु रामदास नूं सिख नमस्कार करते सन। जो अटल पदवी दे मालक ने, अमरा पद दे मालक ने, चम दी जुबान जेदा अंत नहीं पा सकती, जिन्हां ने भाव प्रेम ते इस भावना नाल भी गुरु रामदास खुदाया ने उन्हां दी सेवा कीती। सेतुद पार उतारिया, रोगां सोगां तो 84 लाख जूना तो गुरु ने पार कर दिता। यह रुतबा अकाल पुरख दे हुक्म विच गुरु अमरदास ने बाबा जेठा जी नूं बख्शिया। कदे उधर ध्यान मारियो लाहौर दी चूना मंडी वाल, माता पिता नहीं बाबे जेठे दे, घुगड़ियां छोले वेच के गुजारा करते ने। नानी लैके बासर के आ गई नानके। बासर के तो संगतां चलियां सन गुरु अमरदास के दर्शन करन गोइंदवाल साहब। बासर के पिंड सी गुरु अमरदास जी का, बाबा जेठा जी के नानके सन। हुण बाबे जेठे नूं नानी नाल लैके
ਸੰਗਤਾਂ ਦੇ ਗੋਇੰਦਵਾਲ ਆ ਗਈ। ਦੇਖੋ ਅਕਾਲ ਪੁਰਖ ਦਾ ਹੁਕਮ ਐਸਾ ਹੈ, ਜਿੱਥੇ ਜਿੱਥੇ ਦਾਣਾ ਪਾਣੀ ਖਿਲ ਰਿਹਾ ਹੈ ਚੁਗਣ ਜਾਣਾ ਹੀ ਪਵੇਗਾ। ਨਾਨਕ ਹੁਕਮ ਚਲਾਈਐ ਸਾਹਿਬ ਲੱਗੀ, ਰੀਤ ਉਹਦੇ ਹੁਕਮ ਵਿੱਚ ਸਾਨੂੰ ਚੱਲਣਾ ਪੈਂਦਾ ਹੈ। ਸਭ ਰਹਿਬਰ ਦੇਵੀ ਦੇਵਤੇ ਵੀ ਉਹਦੇ ਬਚਨ ਨਾਲ ਬੱਝੇ ਹੋਏ ਨੇ। ਹੁਣ ਬਾਬਾ ਜੇਠਾ ਜੀ ਗੋਇੰਦਵਾਲ ਸਾਹਿਬ ਗਏ, ਗੁਰੂ ਦੇ ਦਰ ਤੇ ਸੇਵਾ ਕਰਦੇ ਨੇ, ਸਿਮਰਨ ਭਜਨ ਕਰਦੇ ਨੇ, ਚਾਹੇ ਉਮਰਾਂ ਛੋਟੀ ਹੈ, ਜਵਾਨੀ ਵੱਲ ਨੂੰ ਵੱਧ ਰਹੇ ਨੇ। ਨਾਨੀ ਵੀ ਅਕਾਲ ਚਲਾਣਾ ਕਰ ਗਈ। ਬਾਣੀ ਦਾ ਫਰਮਾਨ ਹੈ, ਰਹਿਣ ਨਾ ਭਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਇੱਥੇ ਨਾ ਸੰਤ ਰਿਹਾ, ਨਾ ਸਾਕਤ ਰਿਹਾ, ਸ਼ਰੀਰ ਕਰਕੇ ਨਾ ਗੁਰੂ ਪੀਰ ਹੀ ਰਹੇ ਤੇ ਨਾ ਅਵਤਾਰ ਹੀ ਰਹੇ। ਨਾਮ ਕਰਕੇ ਸਾਧੂ ਜ਼ਰੂਰ ਰਹਿੰਦੇ ਨੇ। ਮਹਾਰਾਜ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਚਰਨਾਂ ਨਾਲ ਜੁੜੇ ਬਾਬਾ ਜੇਠਾ ਜੀ, ਸੇਵਾ ਕੀਤੀ ਦਿਨ ਰਾਤ। ਗੁਰੂ ਸਾਹਿਬ ਦੇ ਘਰ ਜਿਹੜੀ ਅੰਸ਼ ਹੈ ਨਾ, 2 ਸਾਹਿਬਜ਼ਾਦੇ ਤੇ 2 ਸਪੁੱਤਰੀਆਂ ਨੇ। ਇੱਕ ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ, ਇੱਕ ਬੀਬੀ ਦਾਨੀ ਜੀ ਤੇ ਇੱਕ ਬੀਬੀ ਭਾਨੀ ਜੀ। ਹੁਣ ਬੀਬੀ ਦਾਨੀ ਜੀ ਭਾਈ ਰਾਮੇ ਨਾਲ ਵਿਆਹੇ ਨੇ। ਬੀਬੀ ਭਾਨੀ ਜੀ ਦੀ ਵਿਆਹਣ ਦੀ ਉਮਰ ਹੈ। ਇੱਕ ਦਿਨ ਗੁਰੂ ਅਮਰਦਾਸ ਸਿੱਖ ਸੰਗਤਾਂ ਤੋਂ ਸੇਵਾ ਕਰਵਾਉਂਦੇ ਪਏ ਨੇ। ਪਰਿਵਾਰ ਦੇ ਦਾਨੇ ਪ੍ਰਦਾਨੇ ਲੋਕਾਂ ਨੇ ਬੇਨਤੀ ਕੀਤੀ, ਮਹਾਰਾਜ ਬੀਬੀ ਭਾਨੀ ਜੀ ਵਿਆਹਣ ਯੋਗ ਹੋ ਗਏ ਨੇ, ਜਵਾਨੀ ਵਿੱਚ ਨੇ, ਇਹਨਾਂ ਲਈ ਵਰ ਚਾਹੀਦਾ ਹੈ, ਤੇ ਵਰ ਇਸ ਬੱਚੇ ਵਰਗਾ ਹੋਵੇ ਜੋ ਸਾਹਮਣੇ ਸੇਵਾ ਕਰ ਰਿਹਾ ਹੈ। ਇਹ ਤੁਹਾਡੇ ਬਚਨ ਵਿੱਚ ਰਹਿੰਦਾ ਹੈ, ਬੜਾ ਲਾਇਕ ਹੈ। ਗੁਰੂ ਅਮਰਦਾਸ ਦੇ ਗਲੂਏ ਮੁਬਾਰਕ ਤੋਂ ਨਿਕਲਿਆ ਬਾਬੇ ਜੇਠੇ ਵੱਲ ਵੇਖ ਕੇ ਵੀ ਇਹਦੇ ਵਰਗਾ ਤੇ ਫਿਰ ਇਹੀ ਹੈ। ਕਦੇ ਪੰਥ ਪ੍ਰਕਾਸ਼ ਨੂੰ ਪੜ੍ਹਿਓ, ਕਹਿਓ ਯਾਹੇ ਸਮ ਇਹੀ ਹੈ, ਔਰ ਨਹੀਂ ਜੰਗ ਕੋਏ ਸ਼ਗਨ ਸ਼ਗਾਈ ਦੇ ਤਬੈ, ਪੁੰਨ ਵਿਵਾਹ ਦੀਏ ਸੋਏ। ਸ਼ਗਨ ਲਾਇਆ ਬਾਬੇ ਜੇਠੇ ਨੂੰ, ਵਿਆਹ ਕਰ ਦਿੱਤਾ ਬੀਬੀ ਭਾਨੀ ਜੀ ਦਾ ਬਾਬੇ ਜੇਠੇ ਦੇ ਨਾਲ। ਹੁਣ ਬਾਬਾ ਜੇਠਾ ਜੀ ਗੁਰੂ ਅਮਰਦਾਸ ਪਾਤਸ਼ਾਹ ਦੇ ਦਾਮਾਦ ਨੇ, ਪਾਸ ਰਹਿੰਦੇ ਨੇ। ਭੱਲਿਆਂ ਦਾ ਨਾਤਾ ਸੋਢੀਆਂ ਨਾਲ ਜੁੜ ਗਿਆ, ਪਰ ਇਹ ਸੰਸਾਰੀ ਰਿਸ਼ਤੇ ਨਾਲੋਂ ਵੀ ਮਹਾਨ ਗੁਰੂ ਚੇਲੇ ਦਾ ਨਾਤਾ ਸੀ, ਅਧਿਆਤਮਕ ਰਿਸ਼ਤਾ ਸੀ। ਬਾਣੀ ਕਹਿੰਦੀ ਹੈ, ਤਿਉਂ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਗੁਰੂ ਦਾ ਸਿੱਖ ਨਾਲ ਇੰਨਾ ਪਿਆਰ ਹੈ। ਅੱਗੇ ਉਦਾਹਰਣ ਦਿੰਦੀ ਹੈ ਬਾਣੀ, ਜਿਉਂ ਜਨਨੀ ਸੁਤ ਜਨ ਪਾਲਤੀ ਰਾਖੈ ਨਦਰ ਮਝਾਰ, ਅੰਤਰ ਬਾਹਰ ਮੁਖ ਦੇ ਗਿਰਾਸ ਖਿਨ ਖਿਨ ਪੋਚਾਰ। ਜਿਵੇਂ ਮਾਂ ਬੱਚੇ ਨਾਲ ਤੇਹ ਕਰਦੀ ਹੈ, ਗੁਰੂ ਸਿੱਖ ਨਾਲ ਏਦਾਂ ਤੇਹ ਕਰਦਾ ਹੈ। ਖੈਰ ਇਹ ਮਹਾਨ ਗੁਰੂ ਸੇਵਕ ਦਾ ਰਿਸ਼ਤਾ ਜੁੜਿਆ। ਬੀਬੀ ਭਾਨੀ ਜੀ ਪਿਤਾ ਦੀ ਬੜੀ ਸੇਵਾ ਕਰਦੇ ਸਨ। ਗੁਰੂ ਪਾਤਸ਼ਾਹ ਦੀ ਸੇਵਾ ਕਰਕੇ ਬੜੀਆਂ ਅਸੀਸਾਂ ਲਈਆਂ। ਹੁਣ ਨਾਲ ਬਾਬਾ ਜੇਠਾ ਜੀ ਵੀ ਸੇਵਾ ਵਿੱਚ ਲੱਗ ਗਏ। ਲੋਕ ਲੱਜ ਛੱਡ ਦਿੱਤੀ ਵੀ ਮੈਂ ਇਹਨਾਂ ਦਾ ਦਾਮਾਦ ਹਾਂ। ਜਿਹੜਾ ਸੇਵਾ ਕਰੇਗਾ ਨਾ, ਮਹਾਰਾਜ ਕਹਿੰਦੇ ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ ਪੁਜਾਵਣਿਆ। ਉਹਨੂੰ ਸਦਾ ਹੀ ਸੁਖ ਹੈ, ਉਹਦੀ ਹਰ ਇੱਛਾ ਪੂਰੀ ਹੋਵੇਗੀ। ਗੁਰੂ ਅਮਰਦਾਸ ਪਾਤਸ਼ਾਹ ਨੇ ਸ਼ਰੀਰ ਬਿਰਧ ਹੋਇਆ ਜਾਣ ਕੇ ਸੱਚ ਦੇ ਪ੍ਰਚਾਰ ਪ੍ਰਸਾਰ ਲਈ ਅਕਾਲ ਪੁਰਖ ਨਾਨਕ ਨਿਰੰਕਾਰੀ ਦੀ ਅਗੰਮੀ ਜੋਤ ਟਿਕਾਉਣ ਲਈ ਸ਼ਰੀਰ ਦੀ ਖੋਜ ਸ਼ੁਰੂ ਕੀਤੀ ਹੈ। ਅਯੋਗ ਪੁਰਸ਼ ਨੂੰ ਤਖਤ ਬਖਸ਼ਣਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਇਹ ਪਰੰਪਰਾ ਸੀ। ਅਕਾਲ ਪੁਰਖ ਦੇ ਹੁਕਮ ਦੇ ਵਿੱਚ ਇੱਕ ਕਸਵੱਟੀ ਰੱਖੀ ਸੀ ਇਸ ਤਖਤ ਤੇ ਬਿਠਾਉਣ ਦੀ। ਉਹ ਸੀ ਸੇਵਾ, ਸਿਮਰਨ, ਭਗਤੀ, ਬੰਦਗੀ, ਨਿਮਰਤਾ, ਦਇਆ, ਸਤ, ਸੰਤੋਖ, ਖਿਮਾ। ਇਹ ਗੁਣ ਜਿਹਦੇ ਵਿੱਚ ਲਬਾਲਬ ਭਰੇ ਹੁੰਦੇ ਸਨ, ਉਹਨਾਂ ਨੂੰ ਇਸ ਤਖਤ ਤੇ ਬੈਠਣ ਦਾ ਮਾਣ ਮਿਲਦਾ ਸੀ। ਇਹ ਹੁਕਮ ਅਕਾਲ ਪੁਰਖ ਦਾ ਹੈ। ਸਤਿਗੁਰ ਕੀ ਵਡਿਆਈ
सतगुर दिती तुरहो हुक्म बुझ, निशान अकाल पुरख दा हुक्म धार के गुरां ने अगां गुरां नूं वडियाई देनी हुंदी सी। हुण सिखां एक दिन पुछया, महाराज किस नूं गुरता गद्दी दिओगे? भाई रामा बड़ी सेवा करदा है, भाई जेठा बड़ी सेवा करदा है, तुहाडे फरजंद बड़ी सेवा करदे ने। हुण महाराज निर्माणता, हुक्म बुझण वाली बिरती, सेवा सिमरन, ये परखण दे लई कुछ इम्तिहान लैंदे ने। महाराज ने आवाज दिती बाबा जेठा जी ते बाबा रामा जी नूं, परखन हित श्री सतगुर पूरे जुगल हकारण करे हदूरे। दोवें दामादां नूं सद्या महाराज ने, कहंदे इहां हमारे बैठन कारण रुचर वेद का करो सुधारन। सूरज प्रकाश दे भी बोल ने, इत्थे साडे बैठण लई थड़ा बनाओ भाई रामा जी, ते तुसीं बाबा जेठा जी दूजे पासे थड़ा बनाओ। असीं बौली साहब दी सेवा गोइंदवाल साहब कदे इस थड़े ते बैठ के करवावांगे, कसे उस थड़े ते बैठ के करवावांगे। हुक्म विच थड़े बनन लगे। बाबा रामा जी ने मेहनत मुशक्कत नाल थड़ा तैयार किया। सारी दिहाड़ी ला के बाबा जेठा जी ने चिनाई करके लिंबा पोची करके थड़ा तैयार किया। गुरु अमरदास आए, बाबा रामा जी दे सावें होके आखण लगे, यह तो नीकी नहीं बनाई, बैठन हेत ना हम कहो भाई। भाई रामा जी साडे बैठण दे लायक थड़ा नहीं बनिया, कंध कुछ टेढ़ी है, ये थड़ा शोभा नहीं पा रहा, इसनूं ढाओ ते फिर बनाओ। हुण बाबा रामा जी दे मन ते चोट लगी, कहंदे मैं बड़ी मुशक्कत घाली, मेहनत कीती, थड़ा तैयार कीता, पता नहीं क्यों तुहानूं पसंद नहीं है, थड़े विच दोष नहीं है। महाराज दे हुक्म नूं मन के बर्दाश्त कर गए ते थड़ा ढाउणा शुरू कर दिता। बाबा जेठा वल गुरु अमरदास वधे, श्री गुरु अमरदास पिख कयो हमरा आशय तै नहीं लयो। बाबा जेठा जी थड़ा तुहाडे तो भी ठीक नहीं बनिया, ढा के दोबारा बनाओ। बाबा जेठा जी दे हथ जुड़ गए, कहंदे महाराज अवग्या हुई है मेरे कोलों, मैनू बख्श दिओ, मत थोड़ी है, फिर समझाओ जिद्दां दा चाहुंदे हो थड़ा बनावांगा। महाराज दे हुक्म विच थड़ा ढाउण लग पए ने। अगले दिन फिर बड़ी मुशक्कत घाल के बाबा रामा जी ने थड़ा बनाया है, पर ढठे मन दे नाल, निमो झुणे मन दे नाल। गुरु अमरदास पातशाह आए, आके भाई रामा जी नूं आखण लगे, कहियो ताहे यह करी ना आछी, तथा बनी ना जथा हम बांछी। रामा जी कल वर्गा ही थड़ा बना दिता जे, तुहाडे कोलों सुधार नहीं होया, बिना अकल लाए मेहनत अजाई तुसी गवा लई, अकलमंदी ना थड़ा बनाओ, थड़ा ढा दिओ। बाबा रामा जी गिला करते हुए कहते, महाराज बड़ा सुंदर थड़ा है, बैठण जोग थड़ा है, मैं किवें ढा दवां, मैं बड़ी मुशक्कत घाली है। खैर गुरां दा हुक्म सी, बड़ी मुश्किल दे नाल मन नूं तैयार कीता। मन इनकारी है पर संगतां वेंदियां ने, बचन मनना पै गया। बाबा जेठा जी वल गुरु अमरदास वधे, यह तो नीकी नहीं बनाई, बैठबे कारण हमू न है भाई। बाबा जेठा जी तुहाडे कोलों भी ये जिहड़ा थड़ा है साडे बैठने लायक नहीं बनिया, लगदा कन्नां नाल साडी गल नहीं सुनी, तुसी साडे बचन वाल ध्यान नहीं दिता, लकीर मारी। हुण इदां सुधार के थड़ा बनाउणा है। हुक्म विच थड़ा ढाउण लगे बाबा जेठा जी, पर मन अज भी निर्माण है, अज भी यही बचन गलूए चों निकले, पातशाह मत थोड़ी है, भुल जांदा हां, तुसीं समझाउंदे हो, तुसीं मेरी गलती नूं नज़र अंदाज कर दिंदे हो। मैं फिर कोशिश करदा हाँ, जैसा
ਲੋੜਿੰਦਾ ਹੈ ਥੜਾ ਬਣਾਉਂਦਾ ਹਾਂ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਆਸਣ ਤੇ ਚਲੇ ਗਏ। ਤੀਸਰੇ ਦਿਨ ਥੜੇ ਤਿਆਰ ਕੀਤੇ। ਬੜੀ ਮੁਸ਼ੱਕਤ ਘਾਲੀ ਬਾਬਾ ਰਾਮਾ ਜੀ ਨੇ, ਬੜੀ ਮਿਹਨਤ ਕੀਤੀ, ਸੁਧਾਰ ਕੇ ਬਣਤਰ ਚੰਗੀ ਬਣਾ ਕੇ ਥੜਾ ਤਿਆਰ ਕੀਤਾ। ਮਹਾਰਾਜ ਬਾਬਾ ਅਮਰਦਾਸ ਆ ਕੇ ਕਹਿੰਦੇ, ਕਹਿਓ ਬਾਕ ਭੋ ਰਾਮੇ ਤੋਹੇ, ਕਰਿਓ ਨਹੀਂ ਜਿਮ ਭਾਖਿਓ ਮੋਹੇ। ਰਾਮਾ ਜੀ, ਜੈਸਾ ਥੜਾ ਅਸੀਂ ਤੁਹਾਡੇ ਪਾਸੋਂ ਬਣਵਾਉਣਾ ਚਾਹੁੰਦੇ ਹਾਂ ਉਹ ਤੁਹਾਡੇ ਕੋਲੋਂ ਨਹੀਂ ਬਣਿਆ। ਤੁਹਾਨੂੰ ਸਾਡਾ ਉਪਦੇਸ਼, ਸਾਡਾ ਬਚਨ ਸਮਝ ਨਾ ਆਇਆ। ਅਸੀਂ ਇਸ ਥੜੇ ਤੇ ਨਹੀਂ ਬੈਠ ਸਕਦੇ, ਇਹਨੂੰ ਢਾਹ ਦਿਓ। ਬਾਬਾ ਰਾਮਾ ਜੀ ਕਹਿੰਦੇ, ਮਹਾਰਾਜ ਬੜੀ ਮਿਹਨਤ ਲਾਈ ਹੈ, ਬੜੀ ਮੁਸ਼ੱਕਤ ਘਾਲੀ ਹੈ, मेरा कोई कसूर नहीं है। जैसा थड़ा तुसी चाहते हो वैसा ही बनया है। करत विचार सो निश्चय ठाना, इनको बहु शरीर बिरदाना। आखण लगे विचार करके, महाराज असल विच तुसी हो गए हो बिरद, बजुर्ग। जो कहंदे हो तुहानू आप नूं ही भुल जांदा है, मेरी इहदे विच कोई गलती नहीं, ते हुण मैं थड़ा नहीं जे ढा के बनाउणा। महाराज गंभीर हो गए। कुल कैतात नूं सुरतियां बिरतियां बख्शण वाले गुरु अमरदास नूं कहंदे, तुसी भुल गए हो। बाणी कहंदी आदम दी जात भुल सकदी है, हर बंदा भुल्लणहार है। जे नहीं भुलदा ते ओह है अकाल पुरख ते ओहदे सरगुण स्वरूप गुरु पातशाह। भुल्लण अंदर सब को अभुल गुरु करतार। दा गुरु एंड द क्रिएटर इज इनफॉलिबल। खुदा ते परमेश्वर, गुरु अते खुदाया, एक किधरे भी गलती नहीं करते। बंदा गलतियां दा पुतला है। गंभीर होए पातशाह बाबा जेठा जी वल वधे। जिम कह गए बनी तिम नाही, शर्म बाद कीनस न आई। बाबा जेठा जी फजूल ही मेहनत कीती, किसे कारे ना आई। जैसा थड़ा चाया वैसा तुहाडे कोल भी नहीं बनया, ढा दिओ, नवां बनाओ। चरण फड़ ले बाबा जेठा जी ने। हाँ अजान नित भूलन हारो, तुम कृपाल निज बिरद संभारो। बारंबार बख्शत है मोही, अपराधी अर मूर्ख को ही। ऐ दीन दुनिया दे मालक गुरु अमरदास पातशाह, थड़ा मेथों ठीक नहीं बनया। इहदा कारण यह है तुहाडी अजमत बड़ी बुलंद है। तुसीं वार वार मैनू भुल्लण हारे नूं समझाउंदे हो, पर मेरी सुरत एडी उच्ची नहीं भी तुहाडे बचन नूं पकड़ सके। जैसा तुसीं थड़ा चाहुंदे हो मैं खुद नहीं बना सकदा। सिर ते हथ रख के आप ही बनवा लो। तुसीं जदों निर्माणता वेखी, शरदा वेखी, दया वेखी, खिमा वेखी, अदब वेखिया, ਇਹ ਗੁਣਾਂ ਦੇ ਸਹਿਤ ਜਾਣਿਆ ਬਾਬੇ ਜੇਠੇ ਨੂੰ ਗੁਰੂ ਅਮਰਦਾਸ ਦੇ ਗਲੂਏ ਮੁਬਾਰਕ ਤੋਂ ਬੋਲ ਨਿਕਲੇ। ਗਲਵਕੜੀ ਵਿੱਚ ਲੈ ਕੇ ਬਾਬੇ ਜੇਠੇ ਨੂੰ ਕਹਿੰਦੇ, ਥੜਾ ਤੇ ਠੀਕ ਹੀ ਬਣਿਆ ਏ, ਪਰ ਅਸੀਂ ਇਸ ਮਿੱਟੀ ਦੇ ਥੜੇ ਤੇ ਥੋੜਾ ਬੈਠਣਾ ਏ। ਤੁਹਾਡੇ ਹਿਰਦੇ ਦੇ ਵਿੱਚ, ਤੁਹਾਡੇ ਅੰਤःਕਰਣ ਦੇ ਵਿੱਚ, ਤੁਹਾਡੇ ਜ਼ਿਹਨ ਦੇ ਵਿੱਚ ਪ੍ਰੇਮ ਭਾਵਨਾ, ਸ਼ਰਧਾ, ਦਇਆ, खिमा, निर्माणता, ब्रह्म दे ज्ञान दा थड़ा असी लोचदे सी भी बन जावे। अज ओ बनिया जानिया है। अज तो बाबा अमरदास अपनी अगमी जोत नूं तुहाडे अंतःकरण दी सेजा ते थड़े ते टिका रहा है। इनू बाणी ने की किया है, जब अंतर प्रीत हर स्यों बन आई, तब जो किश करे सो मेरे हर प्रभ भाई। देखो सेवा करनी, सिमरन करना अजाई नहीं जाता, सफला है। पर जेदे अंदर प्रेम भावना गुरु दे प्रति वध के होएगी ना, उन्होंने फल भी वध मिलेगा। बाबा रामा जी सेवा सिमरन करते सन, पर भावना उन्नी प्रपक नहीं जिन्नी बाबा जेठा जी दे अंदर गुरु नानक दे तख्त लई सी। हुक्म विच जिवें गुरां ने कहा वो चले ने।
इनू बाणी ने कहा हुक्म मन्निया होवे परवान तां खसमे का महल पाए सी। गुरु नानक दे तख्त दे वारस बाबा जेठा जी बने, नाम पै गया गुरु रामदास। हर पाया सतगुर बोलिया, हर मिलिया पुरख सुजान दियो। रामदास सोढ़ी तिलक दिया, गुर शब्द सच निशान जियो। गुरु रामदास नूं गुरु नानक दे तख्त ते बिठा दिता। इनू बाणी कहंदी राज जोग तख्त दीन गुर रामदास। प्रथमे नानक चंद जगत भयो आनंद, तारन मनुख जन कियो। प्रगास मनुखता नूं तारन लई अकाल पुरख गुरु नानक दे रूप विच प्रकाशवान होए। उसे गुरु नानक दी अगम्मी जोत अज बाबा जेठा विच टिकी ते ओ बन गए गुरु रामदास साहिब सच्चे पातशाह। अमृत दा सरोवर बनाया गुरु अमरदास जी दे हुक्म विच। उस नगर दा नाम रखिया गुरु का चक, जिसनू गुरु अर्जन साहब ने बदल के कर दिता रामदासपुर। अज अमृत सरोवर करके उस नगर का नाम है श्री अमृतसर। और उस पावन स्थान बारे बाणी कहती है जो गुरु रामदास दा गुरु अर्जन दा बनाया है। डिठै सबै थाव नहीं तुद, जेहिया बद्धोह पुरख विधाते तातू। सोहिया वसदी सगन अपार, अनूप रामदासपुर। हरहा नानक कसमल जाहे, नाया राम दास सर। जेड़ा भी गुरु रामदास दे पावन सरोवर विच तन दा इशनान करावेगा, जेड़ा भी हरमंदर साहब जाके मन दा इशनान बाणी विच करवावेगा, ओदे तन दे रोग ते मन दे सोग मिट जाणगे। बड़े बड़े इंग्लिश दे टीकाकार भी ये अर्थ करते ने। आखण लगे हरमंदर साहब वर्गा कोई स्थान नहीं है। जितने गुरधाम तीर्थ ने ये महापुरुषां संगतां दे बनाए हुंदे ने। हरमंदर साहब की महानता सब धार्मिक स्थानां गुरधामां नालों वध के, तीर्थां नालों वध के इसलिए है। द प्राइमल बीइंग, द आर्कीटेक्ट ऑफ द डेस्टिनी, ही हिमसेल्फ एस्टैब्लिश्ड द हरमंदर साहिब। उन्हें आप हरमंदर साहब रचिया किहदे रूप विच? इन द फॉर्म ऑफ गुरु अर्जन, गुरु रामदास। गुरु अर्जन गुरु रामदास बन के आप हरमंदर साहब रचना कीता। और पुछो महाराज की रोग सोग हरमंदर साहब इशनान कीतियां हटणगे? तन दा इशनान सरोवर करवाइए, मन दा इशनान बाणी विच करवाइए। ते ये भी टीकाकार बड़े बड़े प्रोफैसर इंग्लिश के अर्थ करते ने। बाय बाथिंग इन द सैक्रेड पूल ऑफ गुरु रामदास योर ऑल सिंस विल बी वॉश्ड अवे। तेरे सारे ही पाप मिट जाणगे जे उत्थे इशनान करेगा। श्री गुरु रामदास जयो जय जग मह, तय हर परम पद पायो। ऐ गुरु रामदास तू बाबे जेठे तो गुरु नानक दे तख्त दा चौथा वारस गुरु रामदास हो निबड़िया। जेड़ा भी तेरे अगे सिर झुकावेगा, जेड़ा भी तेरे अगे सिजदा करेगा, ओदी भी तेरे वांगू जय जयकार हो जाएगी। तेरे वर्गा किसी का मरातबा नहीं है, रुतबा नहीं है। बाणी कहती है सतगुर गुर सेव अलखगत जाकी। श्री रामदास तारण तरणं, वो सबनू तारण वाले पातशाह गुरु रामदास ने। जेड़ा उन्हां दी शरण आवेगा प्रतख देह पार ब्रह्म स्वामी। आद रूप पोखण भरणं, वो खाली भांडे भी भर जाणगे। तन दा भांडा पदार्थां नाल ते मन दा भांडा नाम दे नाल भर जावेगा। ऐसे गुरु रामदास अमरा पद दे मालक ने। गुरु अमरदास की कृपा नाल जिन्ना ये तख्त मानना कीता, जेड़ा भी गुरु रामदास की शरण जावेगा, एक बूंद गुर अमृत दीनो ता अटल अमर ना मोआ। वो भी दुनिया ते अमरा पद पावेगा। वो भी बाबा बुढ़ा जी वांगू महापुरुष हो निबड़ेगा। ओदा भी दुनिया जस करेगी। आओ गुरु ग्रंथ साहिब ना, गुरु हरकृष्ण गुरु रामदास ना जुड़िए, क्योंकि गुरु शब्दावतार दा रूप होके साडे च प्रगट ने। निर्गुण भी आप ने, सरगुण भी आप ने, ते वाहो वाहो बाणी निरंकार है भी वो आप ने। खंडे दी पौल छको, गुरु वाले बनो।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਖੁਦ ਖੁਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ ਹੈ ਜੀ। ਗੁਰੂ ਕੀ ਹਜ਼ੂਰੀ ਵਿੱਚ ਸੇਵਾ ਕਰਨ ਵਾਲੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।